पहले क्या हुआ था? मैं यहाँ नहीं था जी। हाँ मैं तो स्टेज पर था। हाँ, आपको फोन गया था? हाँ जी, जो नंबर से फोन लगा। आपने फोन पे बताया? ये तो स्टेज पे था जी। नहीं, आपने स्टेज वालों को आपने बताया? हाँ जी, आपको किसने बताया था? मेरे इस नंबर से फोन लगा था। ये नंबर केदा आ? मैं नहीं जानता किसका, वो गुरजीत मैं नहीं जानता जी किसका नंबर है। कौन सा जी? ये जी हाँ अपने है ना जी, ये अपनी झोपड़ी है यहाँ पे जी, ये जी अपना लंगर है यहाँ पे। हाँ हाँ और अपने जो गांव वाले हैं वो गेहूं काटने जा रहे हैं। हम थे यहाँ मौके पे और ये हमारे गुरजीत बड़े जी थे। हम बल्कि उधर जा रहे थे, हमारे को फोन आया कि भाई आग लगी है। फिर ये सारे हमारे अंदर बंदे हैं, ये अपनी पाइपलाइन लेकर आए पानी की और इससे सारे ने मिलजुल के ये आग पर काबू पा लिया था। नहीं तो हमारी वो जड़ जाती, अपनी झोपड़ी भी जड़ जाती थी। सारा सामान अंदर रखा है। आपको कितनी देर बाद पता लगा? हमारे को तो जी 15 मिनट बाद पता लगा। हमारे पास फोन आया, वो सुना नहीं हमारे को फोन है। हम रोड पे आगे जा रहे थे, अपने मैगडी के पास पहुंच रहे थे, पर इस तरीके से फिर टाइम ज्यादा लग गया। यहाँ पे गुरजीत बड़े जी थे हमारे। यही थे जी, आग लगी है यहाँ से, इस साइड से एकदम आग भड़की और हमने मोटर चला के उसी वक्त यहाँ पानी डाला है। वो शरारती लगा गया जी। मेरा नाम गुरदीप ਸਿੰਘ ਸਿੱਧੂ, मैं ਭੋਗਪੁਰ ਤੋਂ ਹਾਂ। ਹਾਂਜੀ, ਇਹ ਸਾਡੀ ਨੌਜਵਾਨ ਸੰਯੋਗ ਟੀਮ, ਕਿਸਾਨ ਸੰਯੋਗ ਟੀਮ ਅਸੀਂ ਇੱਥੇ ਬਣਾਈ ਸੀਗੀ ਇਸ ਅੰਦੋਲਨ ਦੇ ਵਿੱਚ। ਤੇ ਅਸੀਂ ਜਦੋਂ ਉੱਥੇ ਸਟੇਜ ਦੇ ਲਾਗੇ ਪਿੱਛੇ ਹੀ ਬੈਠੇ ਸੀਗੇ ਕਿ ਉੱਥੇ ਬੈਠਿਆਂ ਨੂੰ ਸਾਨੂੰ ਸਟੇਜ ਤੇ ਇੱਕ ਅਨਾਉਂਸਮੈਂਟ ਹੁੰਦੀ ਆ ਤੇ ਇੱਕ ਜਥੇਬੰਦੀ ਦੇ ਸਾਡੇ ਆਗੂ ਆ ਅਮਰੀਕ ਸਿੰਘ ਜੀ, ਉਹਨਾਂ ਨੇ ਸਾਨੂੰ ਇੱਕਦਮ ਦੱਸਿਆ ਕਿ PTI ਮਾਲ ਲਾਗੇ ਉੱਥੇ ਅੱਗ ਲੱਗ ਗਈ ਆ, ਛੇਤੀ ਪਹੁੰਚੋ। ਜਦੋਂ ਅਸੀਂ ਨੌਜਵਾਨ ਲੈ ਕੇ ਉੱਥੋਂ ਇਸ ਜਗ੍ਹਾ ਤੇ ਪਹੁੰਚਦੇ ਆ, ਕਾਫੀ ਉਸ ਟਾਈਮ ਜਿੰਨੇ ਵੀ ਨੌਜਵਾਨ ਸਟੇਜ ਦੇ ਲਾਗੇ ਗਏ ਸੀ ਉਹ ਜਦੋਂ ਇਹ ਅਨਾਉਂਸਮੈਂਟ ਸੁਣਦੇ ਆ ਸਾਰੇ ਵਾਪਸ ਇੱਧਰ ਨੂੰ ਭੱਜਦੇ ਆ। ਜਦੋਂ ਆਣ ਕੇ ਅਸੀਂ TDI ਮਾਲ ਲਾ ਕੇ ਦੇਖਦੇ ਸਾਨੂੰ ਕਿਤੇ ਅੱਗ ਲੱਗੀ ਨਹੀਂ ਮਿਲਦੀ। ਜਦੋਂ ਅਸੀਂ ਥੋੜਾ ਜਿਹਾ ਅੱਗੇ ਆਣ ਕੇ ਦੇਖਦੇ ਆ ਇੱਕ ਪਲੇਨ ਮੈਦਾਨ ਆ, ਖਾਲੀ ਜਗ੍ਹਾ ਪਈ ਆ, ਜਿਸ ਖਾਲੀ ਜਗ੍ਹਾ ਨੂੰ ਕੋਈ 1.5-2 ਕਨਾਲਾ ਜਗ੍ਹਾ ਜਿਹੜੀ ਆ ਜਿਸ ਨੂੰ ਅੱਗ ਲੱਗੀ ਸੀਗੀ। ਅਸੀਂ ਆਣ ਕੇ ਦੇਖਿਆ ਕਿ ਆਲੇ ਦੁਆਲਿਓਂ ਸ਼ਾਇਦ ਤੋਂ ਕੋਈ ਕਿਸੇ ਨੇ ਅੱਗ ਲਾਈ ਆ ਜਾਂ ਕੋਈ ਬਿਜਲੀ ਦਾ ਸ਼ਾਰਟ ਹੋਇਆ, ਇਦਾਂ ਦਾ ਕੁਝ ਵੀ ਨਹੀਂ ਸੀਗਾ। ਇਹ ਕਿਸੇ ਨੇ ਸ਼ਰਾਰਤ ਕੀਤੀ ਆ, ਕਿਉਂਕਿ ਕੁਝ ਜਦੋਂ ਕਿ ਉੱਥੇ ਮੈਸੇਜ ਜਾਂਦਾ ਆ ਉਹ ਤੋਂ ਕੋਈ 5-7 ਮਿੰਟ ਪਹਿਲਾਂ ਲੱਖੇ ਸਿਧਾਣੇ ਦਾ ਕਾਫਲਾ ਉੱਥੇ ਪਹੁੰਚਦਾ ਆ। ਜਦੋਂ ਕਾਫਲਾ ਉੱਥੇ ਪਹੁੰਚਦਾ ਆ ਕਿ ਉੱਥੇ ਇਹ ਸੀ ਸਾਰਿਆਂ ਨੂੰ ਕਿ ਲੱਖਾ ਸਿਧਾਣਾ ਜਿਹੜਾ ਹੈ ਉਹ ਸਟੇਜ ਤੇ ਅੱਜ ਆਣ ਕੇ ਬੋਲੂਗਾ। ਅਸੀਂ ਤਾਂ ਇਹ ਸੋਚਦੇ ਹਾਂ ਕਿ ਉਹ ਹੋ ਸਕਦਾ ਕਿ ਲੱਖਾ ਸਿਧਾਣੇ ਨੇ ਆਣ ਕੇ ਉਹ ਸਟੇਜ ਤੇ ਬੋਲਣਾ ਸੀਗਾ ਕਿ ਨੌਜਵਾਨਾਂ ਦਾ ਜਿਹੜਾ ਉੱਥੇ ਏਡਾ ਵੱਡਾ ਕਾਫਲਾ ਉਹ ਕਿਸੇ ਤੋਂ ਜਰ ਨਹੀਂ ਹੋਇਆ। ਉਸ ਕਰਕੇ ਉਹਨੇ ਉਹ ਨੌਜਵਾਨਾਂ ਨੂੰ ਇਹ ਪਿੱਛੇ ਅੱਗ ਲਾ ਕੇ ਦੁਬਾਰਾ ਫਿਰ ਬੈਕ ਭਜਾਤਾ ਕਿ ਤੁਸੀਂ ਪਿੱਛੇ ਚੱਲ ਕੇ ਦੇਖੋ ਅੱਗ ਕੀ ਕਿੱਥੇ ਲੱਗੀ ਆ। ਇਸ ਕਰਕੇ ਨੌਜਵਾਨ ਸਾਰੇ ਬੈਕ ਤੇ ਆ ਗਏ। ਇਹ ਜਿਹਨੇ ਵੀ ਸ਼ਰਾਰਤ ਕੀਤੀ ਆ ਇਹ ਬਹੁਤ ਗਲਤ ਹੋਇਆ। ਕਿਤੇ ਸ਼ੱਕ ਹੈ ਸਿੱਧੂ ਸਾਹਿਬ ਤੁਹਾਨੂੰ? ਦੇਖੋ ਸ਼ੱਕ ਤਾਂ ਹੁਣ ਤੁਹਾਨੂੰ ਪਤਾ ਵੀ ਸਰਕਾਰਾਂ ਦੇ ਅਸੀਂ ਕਾਲੇ ਕਾਨੂੰਨ ਲੈਣ ਵਾਸਤੇ ਇੱਥੇ ਬੈਠੇ ਆ। ਇਹ ਸਰਕਾਰਾਂ ਦੇ ਬੰਦੇ ਇੱਥੇ ਬੈਠੇ ਆ, ਉਹਨਾਂ ਤੋਂ ਇਹ ਨੌਜਵਾਨਾਂ ਦਾ ਇਕੱਠ ਨਹੀਂ ਦੇਖਿਆ ਜਾ ਰਿਹਾ ਕਿ ਬਾਰ-ਬਾਰ ਨੌਜਵਾਨ ਇੱਥੇ ਆਪਣੇ ਕੰਮਕਾਰ ਛੱਡ ਕੇ ਇਸ ਅੰਦੋਲਨ ਨੂੰ ਉਹਨਾਂ ਨੇ ਆਪਣੇ ਇੱਕ ਜਜ਼ਬੇ ਦੇ ਨਾਲ ਜਿੱਤਣ ਦੇ ਵੱਲ ਤੁਰੇ ਹੋ ਕਿ ਅਸੀਂ ਅੰਦੋਲਨ ਜਿੱਤ ਕੇ ਅੱਗੇ ਜਾਵਾਂਗੇ। ਉਹਦੇ ਕਰਕੇ ਕੋਈ ਸ਼ਰਾਰਤੀ ਅਨਸਰ ਹੈਗੇ ਇੱਥੇ ਜਿਹੜੇ ਕੋਈ ਸ਼ਰਾਰਤਾਂ ਕਰ ਰਹੇ। ਕੁਛ ਇੱਕ ਹਫ਼ਤਾ ਪਹਿਲਾਂ ਰਸੋਈ ਢਾਬੇ ਦੇ ਲਾਗੇ 2 ਝੁੱਗੀਆਂ ਸੀਗੀਆਂ, ਉਹ ਝੁੱਗੀਆਂ ਨੂੰ ਸਾੜਿਆ ਗਿਆ। ਉਹਦੇ ਨਾਲ ਹੀ ਮਨੀ ਸੰਧੂ ਜਿਹੜਾ ਆ ਉਹ ਵੀ ਨੌਜਵਾਨ ਬਹੁਤ ਚੜ੍ਹਦੀ ਕਲਾ ਵਾਲਾ ਆ, ਉਹ ਵੀ ਅੰਦੋਲਨ ਨੂੰ ਜਿੱਤ ਕੇ ਜਾਣ ਦੀਆਂ ਕਸਮਾਂ ਖਾਧੀਆਂ ਕਿ ਅਸੀਂ ਆਪਣੀ ਫੈਮਿਲੀ ਲੈ ਕੇ ਇੱਥੇ ਬੈਠਾ ਆ। ਬਿਲਕੁਲ ਉਹਦੇ ਦੋੜੇ ਤੰਬੂ ਨੂੰ ਅੱਗ ਲਾਈ, ਨਾਲ ਹੀ ਉਹਦੇ ਤੰਬੂ ਸੀਗੇ। ਅਸੀਂ ਇਹ ਸੋਚਦੇ ਹਾਂ ਕਿ ਹੋ ਸਕਦਾ ਕਿਸੇ ਦੀ ਇਹ ਪਲਾਨ ਵੀ ਹੋਵੇ ਵੀ ਇਹ ਜਿਹੜੇ ਆ ਨੌਜਵਾਨ ਜਾਂ ਜਿਹੜੇ ਇਹ ਤੰਬੂਆਂ 'ਚ ਬਹਿ ਰਹੇ ਆ ਕਿ ਇਹਨਾਂ ਨੂੰ ਇਦਾਂ ਅੱਗਾਂ ਲਾ ਕੇ ਡਰਾਇਆ ਜਾਵੇ ਇੱਥੋਂ ਭੱਜ ਜਾਣਗੇ। ਇਹ ਨਾ ਨੌਜਵਾਨ ਭੱਜਣੇ ਆ, ਨਾ ਸਾਡੇ ਕਿਸਾਨ ਭੱਜਣੇ ਆ, ਨਾ ਸਾਡੇ ਕਿਸਾਨ ਆਗੂ ਭੱਜਣਗੇ। ਜਦੋਂ ਤੱਕ ਅਸੀਂ ਕਾਨੂੰਨਾਂ ਦੀ ਜੰਗ ਜਿੱਤ ਨਹੀਂ ਲੈਂਦੇ ਅਸੀਂ ਇੱਥੇ ਬੈਠੇ ਰਹਿਣਾ ਆ। ਅਸੀਂ ਗਾਂਹ ਨੂੰ ਜਾਵਾਂਗੇ, ਅਸੀਂ ਪਿੱਛੇ ਨਹੀਂ ਮੁੜਦੇ। ਲੱਖੇ ਸਿਧਾਣੇ ਵਾਲਾ ਅੱਜ ਆਇਆ ਇਕੱਠ ਜਿਹੜਾ ਉਹ ਕਿੰਨੇ ਦਿਨ ਟਿਕਿਆ ਰਹੂਗਾ ਇੱਥੇ? ਦੇਖੋ ਜੀ, ਇਹ ਤਾਂ ਅਸੀਂ ਕਾਲੇ ਕਾਨੂੰਨਾਂ ਵਾਸਤੇ ਬੈਠੇ ਆ। ਸਾਨੂੰ ਵੀ ਇੱਥੇ ਬੈਠੇ ਨੂੰ ਕਾਫੀ ਟਾਈਮ ਹੋ ਗਿਆ, ਲੱਖੇ ਸਿਧਾਣੇ ਦੀ ਟੀਮ ਨੂੰ ਵੀ ਬੈਠੀ ਨੂੰ ਵੀ ਕਾਫੀ ਟਾਈਮ ਹੋ ਗਿਆ। ਉਹ ਦੇਖੋ ਇੱਥੇ ਆਏ ਆ 2-4 ਦਿਨ ਤਾਂ ਉਹਨਾਂ ਨੇ ਰਹਿਣਾ ਹੀ ਰਹਿਣਾ ਆ ਪੱਕਾ ਇੱਥੇ, ਕਿਉਂਕਿ ਉਹਨਾਂ ਪ੍ਰਣ ਕਰਕੇ ਆਏ ਸੀ ਅਸੀਂ ਇੱਥੇ ਰਵਾਂਗੇ। ਪਰ ਉਹਨਾਂ ਨੇ ਵੀ ਲੱਖੇ ਸਿਧਾਣੇ ਹੋਣਾ ਨੇ ਵੀ ਇਹੀ ਜਿਹੜੇ ਉਹਨਾਂ ਦੇ ਨਾਲ ਦੇ ਉਹਨਾਂ ਦੇ ਸਹਿਯੋਗੀ ਆਏ ਉਹ ਇਹੀ ਦੱਸਦੇ ਆ ਕਿ ਅਸੀਂ ਵੀ ਟੀਮਾਂ ਬਣਾ ਕੇ ਇੱਥੇ ਬੱਸਾਂ ਆਉਣਗੀਆਂ, ਬੱਸਾਂ ਚੱਲ ਜਾਣਗੀਆਂ, ਬੱਸਾਂ ਆਉਣਗੀਆਂ, ਅਸੀਂ ਅੰਦੋਲਨ ਦੇ ਵਿੱਚ ਇੱਥੇ ਡਟੇ ਰਵਾਂਗੇ। ਦੀਪ ਸਿੱਧੂ ਦੀ ਰਿਹਾਈ ਹੋਈ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਦੀਪ ਸਿੱਧੂ ਦੀ ਰਿਹਾਈ ਹੋਈ ਆ। ਜਦੋਂ ਦੀਪ ਸਿੱਧੂ ਵੀ ਸਾਡੇ ਵਿੱਚ ਉਹ ਵੀ ਆ ਜਾਊਗਾ ਤੇ ਉਹ ਜੋ ਟਿੱਪਣੀ ਉਹ ਦੇਣਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ। ਸਾਡੇ ਨਾਲ ਪਹਿਲਾਂ ਮੀਡੀਆ ਨੂੰ ਪਤਾ ਲੱਗਦਾ ਆ। ਤੇ ਇਸ ਅੰਦੋਲਨ ਦੇ ਵਿੱਚ ਸਾਨੂੰ ਲੱਖੇ ਸਿਧਾਣੇ ਦੀ ਬਹੁਤ ਜ਼ਿਆਦਾ ਲੋੜ ਆ, ਸਾਨੂੰ ਦੀਪ ਸਿੱਧੂ ਵੀਰ ਦੀ ਬਹੁਤ ਲੋੜ ਆ, ਉਹ ਕਿਸਾਨਾਂ ਦੀ ਬਹੁਤ ਲੋੜ ਆ ਜਿਹੜੇ ਇਸ ਵੇਲੇ ਕੁਝ ਗੱਲਾਂ ਤੋਂ ਆਪਣੇ ਘਰਾਂ 'ਚ ਬੈਠੇ ਆ। ਅਸੀਂ ਉਹਨਾਂ ਨੂੰ ਅਪੀਲ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਆਪਣੇ ਜਿਹੜੇ ਆ
ਉਹ ਕਿਸੇ ਦੇ ਨਾਲ ਟਕਰਾ, ਕਿਸੇ ਜਥੇਬੰਦੀ ਦੇ ਨਾਲ ਜਾਂ ਕਿਸੇ ਸਰਕਾਰਾਂ ਨਾਲ, ਅਕਾਲੀ ਕਾਂਗਰਸ ਦੇ ਨਾਲ, ਕਿਉਂਕਿ ਇੱਥੇ ਇੱਕ ਇਹ ਬਹੁਤ ਵੱਡੀ ਗੱਲ ਹੋ ਰਹੀ ਹੈ ਕਿ ਇਹ ਅਕਾਲੀ ਹੈ, ਕਾਂਗਰਸੀ ਆ, ਪਰ ਕਈ ਲੋਕ ਅਕਾਲੀ ਕਾਂਗਰਸੀ ਹੈਗੇ ਆ, ਲੇਕਿਨ ਜਿਹੜੇ ਉਹਨਾਂ ਦੇ ਬੱਚੇ ਆ ਉਹ ਆਪਣੇ ਫਾਦਰ ਨੂੰ ਛੱਡ ਕੇ ਇਸ ਅੰਦੋਲਨ ਦੇ ਵਿੱਚ ਆਉਣਾ ਚਾਹੁੰਦੇ ਆ। ਮੈਂ ਉਹਨਾਂ ਨੂੰ ਅਪੀਲ ਕਰਦਾ ਆ ਕਿ ਜੇ ਤੁਹਾਡੇ ਘਰ ਦੇ ਅਕਾਲੀ ਕਾਂਗਰਸੀ ਹੈਗੇ ਆ, ਤੁਸੀਂ ਉਸ ਟੈਗ ਤੇ ਨਾ ਜਾਓ, ਤੁਸੀਂ ਇਸ ਅੰਦੋਲਨ 'ਚ ਆਓ, ਕਿਉਂਕਿ ਕਾਫੀ ਜਾਣੇ ਦਾ ਫੋਨ ਆਉਂਦਾ ਆ ਕਿ ਜਦੋਂ ਅਸੀਂ ਉਸ ਅੰਦੋਲਨ 'ਚ ਜਾਂਦੇ ਆ ਸਾਨੂੰ ਫਲਾਨਾ ਕੁਝ ਕਿਹਾ ਜਾਂਦਾ ਆ। ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਇਹ ਅੰਦੋਲਨ ਨੂੰ ਆਪਾਂ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ, ਤੁਸੀਂ ਪਹੁੰਚੋ। ਰਿਹਾਈ ਤੋਂ ਬਾਅਦ ਦੀਪ ਸਿੱਧੂ ਫੇਰ ਅੰਦੋਲਨ ਵਿੱਚ ਪਹੁੰਚੂਗਾ? ਜ਼ਰੂਰ ਪਹੁੰਚੂਗਾ ਜੀ, ਉਹਨੂੰ ਪਹੁੰਚਣੋਂ ਪੈਣਾ ਕਿ ਉਹਦੇ ਨਾਲ ਦੇ ਸਾਥੀ ਇੱਥੇ ਬੈਠੇ ਆ ਇਸ ਅੰਦੋਲਨ ਦੇ ਵਿੱਚ, ਕਿਉਂਕਿ ਇਸ ਅੰਦੋਲਨ ਨੇ ਹੀ ਉਹਨੂੰ ਉਸ ਸਲਾਖਾਂ ਦੇ ਪਿੱਛੇ ਪਹੁੰਚਾਇਆ। ਉਹੀ ਅੰਦੋਲਨ ਜਿਹੜਾ ਆ ਉਹਨੂੰ ਫਿਰ ਦੁਬਾਰਾ ਸਲਾਖਾਂ 'ਚੋਂ ਬਾਹਰ ਲੈ ਕੇ ਆਇਆ ਤੇ ਸਲਾਖਾਂ ਤੋਂ ਬਾਹਰ ਲਿਆ ਕੇ ਉਹਨੂੰ ਜਿਹੜਾ ਉਹਦਾ ਇਹ ਰੁਤਬਾ ਜਿਹੜਾ ਉਹਦਾ ਘਟਾਇਆ ਸਲਾਖਾਂ ਦੇ ਮਗਰ ਜਾ ਕੇ ਇਸ ਅੰਦੋਲਨ ਨੇ ਉਹਨੂੰ ਦਬਾਵਾਂਗੇ ਦੁਬਾਰਾ ਫਿਰ। बहुत बहुत भाई साहब, ये जो आग है अब से 1 घंटा पहले लगी थी। ये आग जो है अब से 1 घंटा पहले लगी थी। हम यहीं पे रहते हैं। आप जितनी भी ये बाथरूम सेवा देख रहे हैं ये हमारे द्वारा ही दी जा रही है यहाँ पे। अब हम यहाँ पे काफ़ी संख्या में थे। हमारे पास अपनी खुद की पानी की व्यवस्था है, क्योंकि हमने यहाँ बीवियों के लिए, आदमियों के लिए नहाने धोने की भी एक व्यवस्था यहाँ पे रखी हुई है। हमारे पास पानी की व्यवस्था नहीं होती। ये जो लकड़ी आपने मोटी मोटी यहाँ पे पड़ी देखी ना, ये लंगर सेवा के लिए रखी हुई थी। और ये कोई छोटी मोटी आग नहीं है, ये बहुत बड़ी आग है। ऑलमोस्ट 1.5 एकड़ ज़मीन पे लगी है। आपने कैमरा भी घुमा के यहाँ पे देखा होगा। ये शरारत है, ये हमारा हौसला तोड़ने की एक साजिशें हैं। बार बार कभी ये वहाँ की जाती है, कभी यहाँ की जाती है। लेकिन किसान जिस तरीके से यहाँ पे डटा हुआ है, न किसान झुकेगा, न किसान रुकेगा। हम लड़ेंगे, जीतेंगे। और आप देखिए कि ये जो मोदी सरकार है ना, जिस तरीके से मोदी सरकार आज शासन कर रही है, मैं तो आप जैसे मीडिया का धन्यवाद करता हूं कि जो निष्पक्ष होकर अपनी बातें दिखा रहे हैं। वरना जो यहाँ जो बिका हुआ भांड मीडिया है, वो आज इनकी नाकामियों को भी मोदी की नाकामी नहीं कह रहा है। वो कह रहा है कि ये व्यवस्था ठीक नहीं है, व्यवस्था की वजह से ऐसा हो रहा है। व्यवस्था किसकी है? पिछले 7 सालों से आप देश पे राज कर रहे हैं, और आपको 1.25 साल से ये कोरोना की जो बीमारी चल रही है, अभी तक आपको पता नहीं है क्या है। हिंदुस्तान की सबसे ज़्यादा ऑक्सीजन प्रोड्यूस करने वाला देश है भारत, लेकिन यहाँ पे लोगों को आज ऑक्सीजन नहीं मिल रही है। आपके मुताबिक ये शरारत किसने की है? देखो, ये शरारत कौन करेगा? तो कहने की कोई बात ही नहीं है। वही लोग करेंगे जो नहीं चाहते हैं कि किसान अपनी मांगों में कामयाब हो जाए। वो जो सद्दाम की तरह जो डिक्टेटरशिप हम पे लागू कर रहे हैं, जो किसान 5 महीनों से यहाँ पे बैठा है, हमारी माताएं बहनें, जो पूरे देश का किसान आज यहाँ पे बैठा हुआ है, उसको डिमोरलाइज करना चाहते हैं। मैं अभी विदेश से आया था, मैंने दिल्ली में देखा 800 रुपया पर पैसेंजर वो ले रहे हैं। 800 रुपया। आप सोचिए कि लाखों अंतर्राष्ट्रीय पैसेंजर आ रहा है, तो कितनी बड़ी कलेक्शन वो कर रहे हैं और कितना बड़ा झोल चल रहा है। ऑक्सीजन हमारे देश में नहीं मिल रही है। कल तक जो हमें उग्रवादी कहते थे, हमें आतंकवादी कहते थे, और बाहर से जो पैसा आ रहा है, फंडिंग आ रहा है, आज वही लोग इनको ऑक्सीजन फ्री में दे रहे हैं। और देखिए ऑक्सीजन का भी क्या सिस्टम है। जो कंपनी ऑक्सीजन बना रही है वो सरकार को 150 रुपए में देती है, सरकारी हॉस्पिटल को 600 रुपए में देती है, और प्राइवेट हॉस्पिटल को 1200 रुपए में देती है। एक ही कंपनी अलग अलग संस्थाओं को 3 तरीके से दे रही है। इस देश में बहुत बड़ा झोल चल रहा है, ये हम सबको समझना होगा। ये अंधभक्त इस देश का नुकसान कर देंगे। मैं तो सभी लोगों से यही कहूँगा कि भैया किसान का साथ दो। किसान अपनी ही लड़ाई नहीं लड़ रहा, सबकी लड़ाई लड़ रहा है। जय जवान जय किसान। जीतेगा किसान तो बढ़ेगा हिंदुस्तान। यहाँ इतनी आग लगी थी कुछ तो पहले, हमसे पहले ही इन्होंने काबू कर लिया था। कुछ बची थी उसमें आपके पास पर्याप्त साधन हैं ऐसी घटना के लिए? हाँ जी बिल्कुल बिल्कुल, सभी साधन हमारे पास। पानी भी है, फोन भी है। आपने जो फोन नंबर वितरण जो स्टेज से ही पता चलता है, या आपने जगह जगह लिख कर भी लगाया है? ऐसा है, गुरप्रीत सिंह हमारे पास आए थे, वो हमारा नंबर लेके गए। अच्छा। कुंडली फायर स्टेशन का भी नंबर है, थाने का नंबर भी है, हमारा नंबर भी है। नहीं, आपको ऐसा उपराला नहीं कर रहे कि आप 8-10 किलोमीटर झुग्गियों में कोई अपना जगह जगह पे अपन नंबर लिखे, ताकि जगह जगह हमारी गाड़ियाँ खड़ी है।
अच्छा, कितनी उसके गाड़ी लिए है? उसके लिए आपको कुंडली फायर स्टेशन पर सूचना करनी पड़ेगी। जैसा ही आप वहाँ मौके बताओगे भाई इस जगह पे आग लगी है, कुंडली फायर स्टेशन उसी गाड़ी को वहाँ मौके पे भेज देगा जो नज़दीक है। जगह जगह खड़ी है। हमारी हिसार का तो एक ही है, एक केथड़ से है, एक जींद से भी है, जगह जगह से गाड़ी आ रही है। ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਇਸ ਵੇਲੇ ਕਿਸਾਨੀ ਮੋਰਚੇ ਦੇ ਵਿੱਚ ਸਿੰਘੂ ਬਾਰਡਰ ਤੋਂ ਇੱਕ ਐਲਾਨ ਹੁੰਦਾ ਆ ਸਟੇਜ ਦੇ ਉੱਤੋਂ ਕਿ TDI ਮਾਲ ਦੇ ਲਾਗੇ ਜਿਹੜਾ ਆ ਉਹ ਅੱਗ ਲੱਗ ਗਈ ਆ। ਸਾਰੇ ਨੌਜਵਾਨ ਉੱਥੋਂ ਭੱਜਿਆ। ਇਹ ਸਾਰੇ ਆਪੋ ਆਪਣੇ ਟਰੈਕਟਰ ਦੇ ਸਾਧਨ ਜੋ ਟੈਂਕੀ ਪ੍ਰੈਸ਼ਰ ਪਾਣੀ ਦੇ ਬਣੇ ਹੋਏ ਲੈ ਕੇ ਆਏ ਤੇ ਨਾਲ ਹੀ ਹਰਿਆਣਾ ਸਰਕਾਰ ਦੀ ਜਿਹੜੀ ਬਾਰਡਰ ਕੈਨਨ ਆ ਉਹ ਵੀ ਇੱਥੇ ਪਹੁੰਚੀ ਤਾਂ ਤੁਸੀਂ ਦੇਖਿਆ ਕਿ ਇੱਥੇ ਆਣ ਕੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪਰ ਤੁਸੀਂ ਦੇਖ ਰਹੇ ਆ ਕਿ ਖਾਲੀ ਪਲਾਟ ਪਿਆ ਸੀ। ਖਾਲੀ ਪਲਾਟ ਦੇ ਵਿੱਚ ਕੁਝ ਲੰਗਰ ਦੀਆਂ ਲੱਕੜਾਂ ਰੱਖੀਆਂ ਸੀਗੀਆਂ ਤੇ ਕੁਝ ਘਾਹ ਫੂਸ ਸੀਗਾ। ਉਹ ਝਾੜੀਆਂ ਨੂੰ ਅੱਗ ਕਿੱਦਾਂ ਲੱਗੀ ਆ, ਕਿਹਨੇ ਲਾਈ ਆ, ਇਹਦਾ ਹਜੇ ਤੱਕ ਕੋਈ ਖਾਸ ਪਤਾ ਨਹੀਂ ਲੱਗ ਸਕਿਆ। ਪਰ ਜੋ ਇੱਥੇ ਮੌਜੂਦ ਨੌਜਵਾਨ ਸਨ ਜਿਨ੍ਹਾਂ ਦੀਆਂ ਲਾਗੇ ਕੁੱਲੀਆਂ ਸਨ ਉਹਨਾਂ ਨੇ ਦੱਸਿਆ ਕਿ ਅਸੀਂ ਅੱਗ ਲੱਗਣ ਤੋਂ ਬਾਅਦ ਦੇਖਿਆ ਕਿ ਇੱਥੇ ਅੱਗ ਲੱਗ ਚੁੱਕੀ ਆ ਤੇ ਉਹਨਾਂ ਨੇ ਵੀ ਆਪਣੀ ਤਰ੍ਹਾਂ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਐਮਰਜੈਂਸੀ ਅਗਨੀ ਵਿਭਾਗ ਆ ਸਰਕਾਰ ਦਾ ਹਰਿਆਣਾ ਦਾ ਉਹ ਵੀ ਉੱਥੇ ਵਾਟਰ ਕੈਨਨ ਲੈ ਕੇ ਆਪਣੀ ਮਸ਼ੀਨਾਂ ਲੈ ਕੇ ਇੱਥੇ ਤੱਕ ਪਹੁੰਚਿਆ। ਕੁਝ ਲੋਕਾਂ ਨੇ ਇੱਥੇ ਵੀ ਖਾਸੇ ਜ਼ਾਹਰ ਕੀਤੇ ਆ ਕਿ ਜੇ ਅੱਜ ਲੱਖਾ ਸਧਾਣਾ ਸਟੇਜ ਤੇ ਬੋਲਣ ਲਈ ਆ ਰਿਹਾ ਸੀ ਜਾਂ ਉਹਦਾ ਕਾਫਲਾ ਬਹੁਤ ਵੱਡਾ ਜਿਹੜਾ ਸਟੇਜ ਤੇ ਆਇਆ ਸੀ ਉਸ ਇਕੱਠ ਨੂੰ ਖੰਡਾਉਣ ਲਈ ਸਟੇਜ ਤੇ ਭਗਦੜ ਮਚਾਉਣ ਲਈ ਇਹ ਉੱਥੋਂ ਐਲਾਨ ਕਰਾਇਆ ਗਿਆ ਤੇ ਸ਼ਰਾਰਤ ਵਜੋਂ ਇਹ ਅੱਗ ਲਗਾਈ ਗਈ ਆ। ਪਰ ਸ਼ੁਕਰ ਆ ਪ੍ਰਮਾਤਮਾ ਦਾ ਕਿ ਕਿਸੇ ਦਾ ਵੀ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਘਟਨਾ ਨਹੀਂ ਵਾਪਰੀ। ਖਾਲੀ ਪਲਾਟ ਦੇ ਵਿੱਚ ਕੋਈ ਝੁੱਗੀਆਂ ਨੂੰ ਝਾੜੀਆਂ ਨੂੰ ਜਿਸ ਤਰ੍ਹਾਂ ਅੱਗ ਲੱਗੀ ਸੀਗੀ ਤੇ ਉਹ ਲੋਕਾਂ ਨੇ ਮੌਕੇ ਤੇ ਕਾਬੂ ਪਾ ਲਿਆ ਤੇ ਸਰਕਾਰ ਦੀ ਜਿਹੜੀ ਵਾਟਰ ਕੈਨਨ ਗੱਡੀ ਆਈ ਸੀ ਉਹਨੇ ਵੀ ਇਸ ਅੱਗ ਬੁਝਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਗੁਰਨਾਮ ਸਿੰਘ ਬਿਲਗਾ ਨੂੰ ਦਿਓ ਇਜਾਜ਼ਤ।